ਅੱਗੇ ਪੜ੍ਹਦੇ ਹਾਂ ਜੀ। ਅਸੀਂ ਆਰਟੀਕਲ 19 ਦੇ ਤਹਿਤ ਜਿਹੜੇ ਸਾਨੂੰ ਵੱਖ-ਵੱਖ ਅਧਿਕਾਰ ਮਿਲੇ ਸੀ, ਇਹਨਾਂ ਉੱਤੇ ਵਾਜਬ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਰੀਜ਼ਨੇਬਲ ਰਿਸਟ੍ਰਿਕਸ਼ਨਸ ਲਗਾਈਆਂ ਜਾ ਸਕਦੀਆਂ ਹਨ। ਕੌਣ ਲਗਾ ਸਕਦਾ ਜੀ? ਸਟੇਟ। ਯਾਦ ਕਰੋ ਕੌਣ ਸੀ ਸਟੇਟ? ਜਿਹੜਾ ਸਾਡੇ ਤੇ ਰਾਜ ਕਰਦਾ। ਐਗਜ਼ੀਕਿਊਟਿਵ ਤੇ ਲੈਜਿਸਲੇਟਿਵ ਆਰਗਨ ਸੈਂਟਰਲ ਲੈਵਲ ਤੇ, ਸਟੇਟ ਲੈਵਲ ਤੇ, ਲੋਕਲ ਪੰਚਾਇਤ ਵਗੈਰਾ ਤੇ ਇਸ ਤੋਂ ਇਲਾਵਾ ਸਰਕਾਰ ਦੀਆਂ ਕੋਈ ਹੋਰ ਸੰਸਥਾਵਾਂ ਵੀ ਸਟੇਟ ਦੇ ਅੰਤਰਗਤ ਹੀ ਆਉਂਦੀਆਂ ਆ। ਰਾਜ ਦੁਆਰਾ ਉਪਰੋਕਤ ਅਧਿਕਾਰਾਂ ਤੇ ਵਾਜਬ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਹੁਣ ਰਾਜ ਕਿਸ ਆਧਾਰ ਤੇ ਇਹ ਪਾਬੰਦੀਆਂ ਲਗਾ ਸਕਦਾ ਜੀ? ਕੀ ਆਧਾਰ ਆ? ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ। ਆਹ ਜੀ ਆਧਾਰ ਆ, ਤੁਸੀਂ ਨਾ ਯਾਦ ਰੱਖਣੇ ਆਧਾਰ। ਕਿਸ ਆਧਾਰਾਂ ਤੇ? ਆਰਟੀਕਲ 19 ਜਿਹੜਾ ਆ ਉਹਦੇ ਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ। ਸਾਡੇ ਦੇਸ਼ ਦੀ ਸੋਵਰਨਟੀ ਤੇ ਇੰਟੀਗ੍ਰਿਟੀ, ਪ੍ਰਭੂਸੱਤਾ ਅਤੇ ਅਖੰਡਤਾ, ਸਿਕਿਉਰਿਟੀ ਦੇ, ਰਾਜ ਦੀ ਸਿਕਿਉਰਿਟੀ, ਸੁਰੱਖਿਆ ਦੇ ਮੱਦੇਨਜ਼ਰ ਵੀ ਪਾਬੰਦੀਆਂ ਲਗਾਈਆਂ ਜਾ ਸਕਦੀਆਂ। ਪਬਲਿਕ ਆਰਡਰ, ਆਮ ਵਿਵਸਥਾ ਬਰਕਰਾਰ ਰੱਖਣਾ। ਜੇ ਆਮ ਲਾਅ ਐਂਡ ਆਰਡਰ ਵਗੈਰਾ ਜਾਂ ਆਮ ਜੋ ਸਾਡਾ ਜੀਵਨ ਦੀ ਹੈ ਨਾ ਆਰਡਰ, ਇੱਕ ਤਰਤੀਬ ਆ ਜਿਹੜੀ, ਉਹ ਆਮ ਜਨਤਾ ਦੇ ਰਹਿਣੀ ਬਹਿਣੀ ਖਰਾਬ ਨਾ ਹੁੰਦੀ ਹੋਵੇ। ਪਬਲਿਕ ਆਰਡਰ ਮੇਨਟੇਨ ਰਵੇ। ਇਹ ਨਾ ਹੋਵੇ ਕਿ ਇੱਕ ਬੰਦਾ ਖੜਾ ਹੋ ਕੇ ਭੜਕੀਲੇ ਭਾਸ਼ਣ ਦੇਈ ਜਾਵੇ ਤੇ ਫਿਰ ਆਰਡਰ ਖਰਾਬ ਹੋ ਜਾਏ। ਠੀਕ, ਤੇ ਉਹਦੇ ਮੱਦੇਨਜ਼ਰ ਵੀ ਪਾਬੰਦੀਆਂ ਲਗਾਈਆਂ ਜਾ ਸਕਦੀਆਂ। ਵਿਦੇਸ਼ੀ ਰਾਜਾਂ ਨਾਲ ਦੋਸਤਾਨਾ ਸੰਬੰਧ। ਹੁਣ ਮੰਨ ਲਓ ਕੋਈ ਬੰਦਾ ਬੋਲਦਾ ਪਿਆ ਆ, ਉਹ ਬੋਲ ਕੇ ਆਪਣੇ ਕਿਸੇ ਦੂਸਰੇ ਮੁਲਕ ਦੇ ਖਿਲਾਫ ਬੋਲਦਾ ਪਿਆ ਆ, ਤਾਂ ਇਸ ਦੇ ਨਾਲ ਸਾਡੇ ਦੂਸਰੇ ਸਟੇਟ ਨਾਲ, ਦੂਸਰੇ ਦੇਸ਼ਾਂ ਨਾਲ ਸੰਬੰਧ ਖਰਾਬ ਹੋ ਸਕਦੇ ਆ। ਤਾਂ ਇਸ ਆਧਾਰ ਤੇ ਵੀ ਕੀ ਆ, ਪਾਬੰਦੀਆਂ ਲਗਾਈਆਂ ਜਾ ਸਕਦੀਆਂ। ਬਾਕੀ ਹੈ ਜੀ ਸ਼ਿਸ਼ਟਾਚਾਰ ਜਾਂ ਨੈਤਿਕਤਾ, ਡੀਸੈਂਸੀ ਜਾਂ ਮੋਰੈਲਿਟੀ ਦੀ ਗਰਾਊਂਡ ਤੇ ਵੀ ਕੋਈ ਚੀਜ਼ ਜੇ ਇਮੋਰਲ ਹੋ ਰਹੀ ਆ ਤਾਂ ਫਿਰ ਵੀ ਪਾਬੰਦੀ ਲਗਾਈ ਜਾ ਸਕਦੀ ਆ। ਅਦਾਲਤ ਦਾ ਅਪਮਾਨ, ਮੀਨ ਕੰਟੈਂਪਟ ਆਫ ਕੋਰਟ। ਅਦਾਲਤ ਨੇ ਕੋਈ ਗੱਲ ਕਹੀ ਤੇ ਉਹ ਨਹੀਂ ਮੰਨੀ ਗਈ ਤਾਂ ਕੰਟੈਂਪਟ ਆਫ ਕੋਰਟ ਨਹੀਂ ਹੋਣਾ ਚਾਹੀਦਾ। ਮਾਣਹਾਨੀ, ਮੀਨ ਡਿਫੇਮੇਸ਼ਨ, ਕਿਸੇ ਦਾ ਨਾਮ ਖਰਾਬ ਕਰਨਾ, ਮਾਣਹਾਨੀ ਕਰਨਾ, ਮਾਣ ਦੀ ਹਾਨੀ ਕਰਨਾ ਅਤੇ ਕਿਸੇ ਅਪਰਾਧ ਲਈ ਉਕਸਾਉਣਾ ਬੋਲ ਬਾਲ ਕੇ। ਹੁਣ ਫਰੀਡਮ ਆਫ ਸਪੀਚ ਦਾ ਮਤਲਬ ਇਹ ਥੋੜ੍ਹੀ ਆ ਵੀ ਤੁਸੀਂ ਇਸ ਤਰ੍ਹਾਂ ਕੁਛ ਵੀ ਬੋਲੀ ਜਾਓ, ਕਿਸੇ ਇੱਕ ਬੰਦੇ ਨੂੰ, ਕਿਸੇ ਇੱਕ ਗਰੁੱਪ ਨੂੰ ਦੂਸਰੇ ਦੇ ਖਿਲਾਫ ਉਕਸਾਉਣ ਲੱਗ ਜਾਓ। ਠੀਕ, ਇਹ ਤੁਸੀਂ ਗਰਾਊਂਡ ਨਾ ਪੜ੍ਹ ਲੈਣੀ ਜੀ। ਕਿਸ ਗਰਾਊਂਡ ਮਤਲਬ ਆਧਾਰ। ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਰਾਜ ਦੀ ਸੁਰੱਖਿਆ, ਪਬਲਿਕ ਆਰਡਰ ਮਤਲਬ ਆਮ ਵਿਵਸਥਾ ਬਰਕਰਾਰ ਰੱਖਣਾ, ਵਿਦੇਸ਼ੀ ਰਾਜਾਂ ਨਾਲ ਦੋਸਤਾਨਾ ਸੰਬੰਧ, ਸ਼ਿਸ਼ਟਾਚਾਰ ਜਾਂ ਨੈਤਿਕਤਾ, ਅਦਾਲਤ ਦਾ ਅਪਮਾਨ, ਕੰਟੈਂਪਟ ਆਫ ਕੋਰਟ, ਮਾਣਹਾਨੀ ਤੇ ਕਿਸੇ ਅਪਰਾਧ ਲਈ ਉਕਸਾਉਣਾ। ਠੀਕ ਹੈ ਜੀ। ਅਗਲਾ ਹੈ ਜੀ ਅਸੈਂਬਲੀ ਦੀ ਆਜ਼ਾਦੀ। ਅਸੈਂਬਲੀ ਦੀ ਆਜ਼ਾਦੀ ਵੀ ਇੱਕ ਥਾਂ ਇਕੱਠੇ ਹੋਣ ਦੀ ਆਜ਼ਾਦੀ। ਇਹ ਅਧਿਕਾਰ ਬਾਰੇ ਪੜ੍ਹ ਲੈਂਦੇ ਹਾਂ ਜੀ। ਇਹ ਹਰੇਕ ਨਾਗਰਿਕ ਦਾ ਮੌਲਿਕ ਅਧਿਕਾਰ ਹੈ, ਫੰਡਾਮੈਂਟਲ ਰਾਈਟ ਹੈ ਕਿ ਉਹ ਸ਼ਾਂਤੀਪੂਰਵਕ ਅਤੇ ਬਿਨਾਂ ਹਥਿਆਰਾਂ ਦੇ ਇਕੱਠੇ ਹੋ ਸਕਦੇ ਹਨ। ਕਿਤੇ ਉਹਨਾਂ ਨੇ ਇਕੱਠੇ ਹੋਣਾ ਆ, ਲੋਕਾਂ ਨੇ, ਸਾਡੇ ਜਿਹੜੇ ਸਿਟੀਜ਼ਨ ਨੇ, ਤਾਂ ਇਹ ਕੀ ਆ, ਉਹਨਾਂ ਦਾ ਮੌਲਿਕ ਅਧਿਕਾਰ ਆ ਨਾਗਰਿਕਾਂ ਦਾ ਕਿ ਉਹ ਸ਼ਾਂਤੀਪੂਰਵਕ ਬਿਨਾਂ ਹਥਿਆਰਾਂ ਦੇ, ਮੀਨ ਪੀਸਫੁਲੀ ਐਂਡ ਵਿਦਾਊਟ ਆਰਮਸ ਇਕੱਠੇ ਹੋ ਸਕਦੇ ਹਨ। ਪਰ ਇਸ ਦੇ ਉੱਤੇ ਸ਼ਰਤਾਂ ਆ। 2 ਸ਼ਰਤਾਂ ਤਾਂ ਇਹੀ ਹੋ ਗਈਆਂ ਵੀ ਇਕੱਠੇ ਹੋਣਾ ਆ ਸ਼ਾਂਤੀਪੂਰਵਕ, ਬਿਨਾਂ ਹਥਿਆਰਾਂ ਦੇ ਇਕੱਠੇ ਹੋਣਾ ਆ। ਇਹ ਸਿਰਫ ਜਨਤਕ ਜ਼ਮੀਨ ਤੇ ਅਤੇ ਅਸੈਂਬਲੀ, ਇਹ ਸਿਰਫ ਜਨਤਕ ਜ਼ਮੀਨ ਤੇ ਵੀ ਜੇ ਆਪਾਂ ਕਹੀਏ ਕਿ ਸਾਨੂੰ ਇਕੱਠੇ ਹੋਣ ਦਾ ਅਧਿਕਾਰ ਆ ਤਾਂ ਉਹ ਕੀ ਆ, ਜਨਤਕ ਜ਼ਮੀਨ ਹੋਣੀ ਚਾਹੀਦੀ ਆ। ਜਨਤਕ ਕਿਹੜੀ? ਜਿੱਥੇ ਸਾਰੇ ਲੋਕ ਆਉਂਦੇ ਜਾਂਦੇ ਹੋਣ। ਉਹ ਸ਼ਾਮ ਲਾਟ ਦੀ ਜ਼ਮੀਨ ਹੋ ਸਕਦੀ ਆ, ਕੋਈ ਸਰਕਾਰੀ ਸਕੂਲ ਦੀ ਜਗ੍ਹਾ ਹੋ ਸਕਦੀ ਆ, ਤੁਹਾਡੇ ਕੋਈ ਏਰੀਏ ਵਿੱਚ ਜਿੱਥੇ ਆਮ ਫੰਕਸ਼ਨ ਹੁੰਦੇ ਆ, ਮੀਨ ਜਨਤਕ ਜ਼ਮੀਨ, ਕਿਸੇ ਦੀ ਪਰਸਨਲ ਪ੍ਰੋਪਰਟੀ ਨਹੀਂ ਉੱਥੇ। ਅਤੇ ਅਸੈਂਬਲੀ ਸ਼ਾਂਤੀਪੂਰਨ ਅਤੇ ਨਿਹੱਤੀ ਹੋਣੀ ਚਾਹੀਦੀ ਹੈ। ਇਹ ਆਪਾਂ ਗੱਲ ਪੜ੍ਹ ਲਈ। ਪੀਸਫੁਲੀ ਅਸੈਂਬਲੀ ਹੋਣੀ ਚਾਹੀਦੀ ਆ ਤੇ ਵਿਦਾਊਟ ਆਰਮਸ ਹੋਣੀ ਚਾਹੀਦੀ ਆ। ਠੀਕ ਹੈ ਜੀ। ਇਸ ਵਿੱਚ ਜਨਤਕ ਮੀਟਿੰਗਾਂ ਕਰਨ, ਜਲੂਸ ਕੱਢਣ ਅਤੇ ਪ੍ਰਦਰਸ਼ਨ ਕਰਨ ਦਾ ਅਧਿਕਾਰ ਵੀ ਸ਼ਾਮਿਲ ਹੈ। ਤੁਸੀਂ ਮੀਟਿੰਗ ਕਰ ਸਕਦੇ ਹੋ, ਜਲੂਸ ਕੱਢ ਸਕਦੇ ਹੋ ਤੇ ਪ੍ਰਦਰਸ਼ਨ ਵੀ ਕਰ ਸਕਦੇ ਹੋ। ਹੜਤਾਲ ਕਰਨ ਦਾ ਅਧਿਕਾਰ ਵਿਧਾਨ ਸਭਾ ਦੇ ਅਧਿਕਾਰ ਵਿੱਚ ਸ਼ਾਮਿਲ ਨਹੀਂ ਹੈ। ਹਾਂ, ਆ ਜਿਹੜਾ ਨਾ
ਇਹਦੇ ਵਿੱਚ ਨਾ ਇਹ ਸਿੰਪਲ ਕਹਿ ਦਿਓ ਹੜਤਾਲ ਕਰਨ ਦਾ ਅਧਿਕਾਰ ਇਹਦੇ ਵਿੱਚ ਸ਼ਾਮਿਲ ਨਹੀਂ ਆ। ਠੀਕ, ਹੜਤਾਲ ਕਰਨ ਦਾ ਅਧਿਕਾਰ ਉਹ ਸ਼ਾਮਿਲ ਨਹੀਂ ਆ। ਅੱਗੇ ਆ ਜੀ, ਅੱਛਾ ਤੁਸੀਂ ਨਾ ਇੱਥੇ ਇੱਕ ਗੱਲ ਦੇਖ ਲਓ ਕਿ ਜਿਹੜਾ ਅਸੀਂ ਆਹ ਪੜ੍ਹਿਆ ਨਾ, ਆਹ ਜਿਹੜਾ ਇਹ ਕੀ ਸੀ ਜੀ, ਇਹ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਜਿਹੜਾ ਅਸੀਂ ਆਹ ਪੜ੍ਹਿਆ ਨਾ 19ਵਾਂ, ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ, ਉਹਦੇ ਉੱਤੇ ਜਿਹੜਾ ਹੈ ਕੀ ਪਾਬੰਦੀਆਂ ਕੀ ਲਗਾਈਆਂ ਜਾ ਸਕਦੀਆਂ, ਪਾਬੰਦੀਆਂ ਦਾ ਕੀ ਆਧਾਰ ਆ। ਪਹਿਲਾਂ ਅਸੀਂ ਪੜ੍ਹਿਆ ਵੀ ਸੁਪਰੀਮ ਕੋਰਟ ਨੇ ਇਹਦੀ ਵਿਆਖਿਆ ਕੀ ਕੀਤੀ ਵੀ ਆਹ ਅਧਿਕਾਰ ਸਪੀਚ ਅਤੇ ਐਕਸਪ੍ਰੈਸ਼ਨ, ਬੋਲਣ ਅਤੇ ਪ੍ਰਗਟਾਵੇ ਦੇ ਅਧਿਕਾਰ ਦੇ ਅੰਦਰ ਆਉਂਦੇ ਆ। ਇਹ ਪੜ੍ਹ ਲਿਆ ਸੀ ਅਸੀਂ। ਤੇ ਇਸ ਦੇ ਨਾਲ ਇਹਨਾਂ ਉੱਤੇ ਵਾਜਬ ਪਾਬੰਦੀਆਂ ਕਿਹੜੀਆਂ ਲਗਾਈਆਂ ਜਾ ਸਕਦੀਆਂ, ਕਿਸ ਆਧਾਰ ਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ, ਉਹ ਪੜ੍ਹਿਆ ਸੀ ਜੀ। ਠੀਕ, ਹੁਣ ਅਸੀਂ ਪੜ੍ਹਦੇ ਪਏ ਜੀ ਅਸੈਂਬਲ ਹੋਣ ਦਾ ਅਧਿਕਾਰ, ਇਕੱਠੇ ਹੋਣ ਦਾ ਇੱਕ ਅਧਿਕਾਰ। ਅਸੀਂ ਆਹ ਕੰਡੀਸ਼ਨਾਂ ਪੜ੍ਹੀਆਂ। ਹੁਣ ਨਿਮਨਲਿਖਿਤ ਦੋ ਆਧਾਰਾਂ ਤੇ ਰਾਜ ਵਾਜਬ ਪਾਬੰਦੀਆਂ ਲਗਾ ਸਕਦਾ ਹੈ। ਉਹ ਕਿਹੜੇ ਅਧਿਕਾਰ ਆ ਜੀ, ਆਧਾਰ ਆ, ਉਹ ਵੀ ਲਗਭਗ ਸੇਮ ਜਿਹੇ ਹੁੰਦੇ ਆ, ਪਰ ਇੱਥੇ ਦੋ ਆ ਜੀ। ਭਾਰਤੀ ਪ੍ਰਭੂ ਸੱਤਾ ਅਤੇ ਅਖੰਡਤਾ, ਸੋਵਰਨਟੀ ਅਤੇ ਇੰਟੀਗ੍ਰਿਟੀ ਇੱਕ, ਤੇ ਦੂਸਰਾ ਹੈ ਜੀ ਪਬਲਿਕ ਆਰਡਰ। ਇਹਦੇ ਵਿੱਚ ਜਿਹੜਾ ਨਾ ਪਾਬੰਦੀਆਂ ਲਾਉਣ ਦੇ ਅਧਿਕਾਰ ਬਹੁਤੇ ਜ਼ਿਆਦਾ ਲੰਬੇ ਚੌੜੇ ਨਹੀਂ ਆ, ਬਸ ਦੋ ਹੀ ਦੱਸਦੇ ਆ। ਪਬਲਿਕ ਆਰਡਰ ਮੇਨਟੇਨ ਰਵੇ। ਇਸ ਵਿੱਚ ਆਵਾਜਾਈ ਨੂੰ ਬਣਾਈ ਰੱਖਣਾ ਵੀ ਸ਼ਾਮਿਲ ਹੈ। ਪਬਲਿਕ ਆਰਡਰ ਸਮਝਦੇ ਜੀ ਆਮ ਜੀਵਨ ਅਸਤ ਵਿਅਸਤ ਨਾ ਹੋਵੇ, ਆਮ ਜੀਵਨ ਉਹ ਸਹੀ ਢੰਗ ਨਾਲ ਚੱਲਦਾ ਰਵੇ, ਉਹਨੂੰ ਕਹਿੰਦੇ ਜੀ ਪਬਲਿਕ ਆਰਡਰ। ਹੁਣ ਮੰਨ ਲਓ ਵੀ ਕਿਤੇ ਕੋਈ ਜਲੂਸ ਕੱਢਦਾ ਪਿਆ ਆ, ਪਰ ਜਲੂਸ ਕੱਢਣ ਦੀ ਉਹਦੇ ਕੋਲ ਅਧਿਕਾਰ ਹੈ, ਪਰ ਨਾਲ ਹੀ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਭਾਈ ਵੀ ਜਲੂਸ ਕੱਢ ਕੇ ਤੁਸੀਂ ਨਾ ਬਹੁਤ ਜ਼ਿਆਦਾ ਟ੍ਰੈਫਿਕ ਜਾਮ ਕਰ ਦਿਓ, ਕਿਉਂਕਿ ਟ੍ਰੈਫਿਕ ਜਿਹੜਾ ਯਾਤਾਯਾਤ ਆ ਉਹ ਵੀ ਆਮ ਜਨਤਾ ਲਈ ਬਹੁਤ ਜ਼ਰੂਰੀ ਆ। ਇਸ ਲਈ ਇਸ ਗਰਾਊਂਡ 'ਤੇ ਵੀ ਪਾਬੰਦੀ ਲਗਾਈ ਜਾ ਸਕਦੀ ਆ। ਓਕੇ, ਕੁਝ ਸ਼ਰਤਾਂ ਦੇ ਤਹਿਤ ਜਿਸ ਵਿੱਚ ਸ਼ਾਮਿਲ ਹਨ। ਹੁਣ ਕੁਛ ਨਾ ਆਪਾਂ ਸ਼ਰਤਾਂ ਪੜ੍ਹ ਲਈਏ, ਪਹਿਲਾਂ ਸ਼ਰਤਾਂ ਪੜ੍ਹ ਲਈਏ। ਉਹ ਕਿਹੜੀਆਂ ਜੀ? ਰੁਕਾਵਟ ਪੈਦਾ ਹੋਣ ਦਾ ਖਤਰਾ, ਵੀ ਤੁਸੀਂ ਅਸੈਂਬਲ ਹੋ ਰਹੇ ਹੋ, ਇੱਕ ਥਾਂ ਇਕੱਠੇ ਹੋ ਰਹੇ ਹੋ, ਪਰ ਆਮ ਜਨ ਜੀਵਨ ਵਿੱਚ ਰੁਕਾਵਟ ਪੈ ਜਾ ਸਕਦੀ ਆ। ਮਨੁੱਖੀ ਜੀਵਨ, ਸਿਹਤ ਜਾਂ ਸੁਰੱਖਿਆ ਲਈ ਰੁਕਾਵਟ ਹੋ ਸਕਦੀ ਆ। ਮੰਨ ਲਓ ਕਿ ਆਪਣੀਆਂ ਹੈਲਥ ਸਰਵਿਸਿਸ ਆ, ਹੈ ਨਾ, ਉਹ ਪ੍ਰਭਾਵਿਤ ਹੋ ਸਕਦੀਆਂ ਜੇ ਤੁਸੀਂ ਇੰਨੇ ਜਲੂਸ ਵਗੈਰਾ ਕੱਢਣ ਲੱਗ ਗਏ, ਅਸੈਂਬਲ ਹੋਣ ਲੱਗ ਗਏ। ਅਤੇ ਆਮ ਜਨਤਾ ਦੇ ਜੀਵਨ ਨੂੰ ਦੇਖਦੇ ਹੋਏ, ਉਹਨਾਂ ਦੀ ਸੇਫਟੀ ਸਿਕਿਉਰਿਟੀ ਨੂੰ ਦੇਖਦੇ ਹੋਏ, ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ, ਹੈਲਥ ਜਾਂ ਹੋਰ ਤੁਸੀਂ ਕੋਈ ਅਨੋਇੰਸ ਜਾਂ ਡੇਂਜਰ ਹੋ ਜਾਏ, ਜਾਂ ਜਨਤਕ ਸ਼ਾਂਤੀ ਦੀ ਗੜਬੜ ਜਾਂ ਦੰਗਾ ਰਾਇਟਸ ਜਾਂ ਕੋਈ ਝਗੜਾ ਹੋ ਸਕਦਾ ਹੋਵੇ, ਇਹ ਸਭ ਚੀਜ਼ਾਂ ਦੇ ਮੱਦੇਨਜ਼ਰ, ਠੀਕ ਹੈ ਨਾ। ਜਿਸ ਤਰ੍ਹਾਂ ਐਫਰੇ ਆ ਇੱਥੇ ਨਾ, ਆਹ ਹੈ ਜੀ, ਜਾਂ ਕੋਈ ਐਫਰੇ ਇੱਕ ਜਨਤਕ ਸਥਾਨ 'ਤੇ ਸਮੂਹਿਕ ਲੜਾਈ ਦੀ ਇੱਕ ਉਦਾਹਰਨ ਜੋ ਸ਼ਾਂਤੀ ਨੂੰ ਭੰਗ ਕਰਦੀ ਹੈ। ਸਿੰਪਲ ਜੀ ਗੱਲ ਕਹਿ ਦਈਏ ਕਿ ਤੁਸੀਂ ਇਕੱਠੇ ਹੋਣ ਦਾ ਤੁਹਾਡੇ ਕੋਲ ਅਧਿਕਾਰ ਤਾਂ ਹੈ, ਪਰ ਜੇ ਉਹ ਸ਼ਾਂਤੀਪੂਰਵਕ ਨਹੀਂ ਆ, ਉਹ ਹਥਿਆਰ ਲੈ ਕੇ ਕੀਤਾ ਗਿਆ ਆ, ਉਸ ਨਾਲ ਆਮ ਜਨ ਜੀਵਨ ਅਸਤ ਵਿਅਸਤ ਹੋ ਸਕਦਾ ਆ, ਉਸ ਨਾਲ ਜਨਤਾ ਦੀ ਸਿਹਤ ਸੁਰੱਖਿਆ ਵਿੱਚ ਰੁਕਾਵਟ ਪੈ ਸਕਦੀ ਆ, ਕੁਝ ਹੋਰ ਖਤਰਾ ਪੈਦਾ ਹੋ ਸਕਦਾ, ਜਾਂ ਕੋਈ ਦੰਗੇ ਵਾਲੀ ਹਾਲਤ ਹੋ ਜਾਏ, ਜਾਂ ਕੋਈ ਝਗੜਾ ਵਗੈਰਾ, ਹੈ ਨਾ, ਪਬਲਿਕ ਹੋ ਜਾਏ, ਪਬਲਿਕਲੀ ਆਮ ਦੋ ਗਰੁੱਪਾਂ ਵਿਚਕਾਰ ਝਗੜਾ ਹੋ ਜਾਏ। ਇਹ ਸਭ ਚੀਜ਼ਾਂ ਨੂੰ ਮੱਦੇਨਜ਼ਰ ਨਾ, ਇਹ ਸਭ ਚੀਜ਼ਾਂ ਦੇ ਮੱਦੇਨਜ਼ਰ ਕੀ ਆ, ਕੰਡੀਸ਼ਨਾਂ ਸਰਕਾਰ ਕੰਡੀਸ਼ਨਸ ਲਗਾ ਸਕਦਾ ਆ, ਇਹਨਾਂ ਦੇ ਪਾਬੰਦੀ ਲਗਾ ਸਕਦਾ ਆ। ਓਕੇ, ਇੱਥੇ ਤੁਸੀਂ ਆਹ ਦੇਖਿਓ, ਸਿਹਤ ਵੀ ਇੱਕ ਗਰਾਊਂਡ ਆ, ਇਸ ਤਰ੍ਹਾਂ ਦੇ ਪ੍ਰਸ਼ਨ ਵੀ ਪੁੱਛੇ ਗਏ UPSC ਵਿੱਚ। ਕਿਹੜੇ ਆਧਾਰ ਆ? ਗਰਾਊਂਡ ਦਾ ਮਤਲਬ ਆਧਾਰ, ਜਿਨ੍ਹਾਂ ਦੇ ਆਧਾਰ ਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ। ਆਪਾਂ ਅੰਗਰੇਜ਼ੀ 'ਚ ਪੜ੍ਹ ਲਈਏ। ਅੰਡਰ ਸਰਟਨ ਕੰਡੀਸ਼ਨਸ ਦੈਟ ਇਨਕਲੂਡ a risk of obstruction, annoyance or danger to human life, health or safety or a disturbance of the public tranquility, ਆਮ ਸ਼ਾਂਤੀ, or a riot or any affray ਕੀ ਸੀਗਾ? an instance of group fighting in a public place that disturbs the peace। ਠੀਕ ਹੈ ਜੀ, ਇਹ ਸਭ ਆਧਾਰਾਂ ਤੇ ਕੀ ਹੈ, ਤੁਹਾਡੀ ਅਸੈਂਬਲੀ ਹੋਣ ਦੇ ਅਧਿਕਾਰ ਉੱਤੇ ਪਾਬੰਦੀ ਲਗਾਈ ਜਾ ਸਕਦੀ ਆ। ਅੱਛਾ ਜੀ, ਹੋਰ ਦੇਖ ਲਓ ਜੀ, ਇੱਕ ਮੈਜਿਸਟ੍ਰੇਟ। ਅੱਛਾ, ਇਹ ਪਾਬੰਦੀ ਕੌਣ ਲਾਉਂਦਾ ਆ? ਇਹ ਜੋ ਅਸੀਂ ਅਧਿਕਾਰ ਪੜ੍ਹੇ ਨਾ, ਆਧਾਰ ਪੜ੍ਹੇ, ਇਹ ਆਧਾਰ ਤੇ ਇੱਕ ਮੈਜਿਸਟ੍ਰੇਟ ਕ੍ਰਿਮੀਨਲ ਪ੍ਰੋਸੀਜਰ ਕੋਡ 1973 ਦੀ ਧਾਰਾ 144 ਦੇ ਤਹਿਤ ਉਪਰੋਕਤ ਅਧਿਕਾਰ ਤੇ ਪਾਬੰਦੀ ਲਗਾ ਸਕਦਾ ਹੈ। ਰਾਈਟ ਟੂ ਅਸੈਂਬਲ ਤੇ
ਪਾਬੰਦੀ ਲਗਾ ਸਕਦਾ ਹੈ। ਆਪਾਂ ਸੁਣਦੇ ਹਾਂ ਨਾ ਆਮ ਤੌਰ 'ਤੇ ਧਾਰਾ 144 ਲੱਗ ਗਈ, ਧਾਰਾ 144 ਲੱਗ ਗਈ, 4 ਬੰਦੇ ਤੋਂ ਜ਼ਿਆਦਾ ਇਕੱਠੇ ਨਹੀਂ ਹੋ ਸਕਦੇ, ਇਸ ਤਰ੍ਹਾਂ ਦੀ ਗੱਲਾਂ ਸੁਣਦੇ ਹੋਣੇ ਤੁਸੀਂ। ਉਹ ਇਹੀ ਗੱਲ ਆ ਕਿ ਉਸ ਏਰੀਏ ਦਾ ਜਿਹੜਾ ਮੈਜਿਸਟ੍ਰੇਟ ਆ ਉਹ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਧਾਰਾ 144 ਦੇ ਤਹਿਤ ਉਪਰੋਕਤ ਅਧਿਕਾਰ ਤੇ ਪਾਬੰਦੀ ਲਗਾ ਸਕਦਾ ਹੈ। ਰਾਈਟ ਟੂ ਅਸੈਂਬਲ ਦੇ ਅਧਿਕਾਰ ਤੇ ਪਾਬੰਦੀ ਲਗਾ ਸਕਦਾ ਹੈ। ਆਪਾਂ ਜੋ ਸ਼ਰਤਾਂ ਪੜ੍ਹੀਆਂ ਅੱਜ, ਸ਼ਰਤਾਂ ਸ਼ਰਤਾਂ ਦੇ ਆਧਾਰ ਤੇ ਪਾਬੰਦੀ ਲਗਾਈ ਜਾ ਸਕਦੀ ਆ। ਠੀਕ ਹੈ ਜੀ। ਅੱਛਾ ਜੀ, ਹੁਣ ਗੱਲ ਆਉਂਦੀ ਮੈਜਿਸਟ੍ਰੇਟ ਕੌਣ ਹੁੰਦਾ। ਮੈਜਿਸਟ੍ਰੇਟ ਕੋਈ ਸਿਵਲ ਆਫਿਸਰ ਵੀ ਹੋ ਸਕਦਾ ਜਾਂ ਕੋਈ ਜੁਡੀਸ਼ੀਅਲ ਆਫਿਸਰ ਵੀ ਹੋ ਸਕਦਾ, ਜਿਸ ਤਰ੍ਹਾਂ ਤਹਿਸੀਲਦਾਰ ਵੀ ਮੈਜਿਸਟ੍ਰੇਟ ਆ। ਇਹ ਸਿਵਲ ਆਫਿਸਰ ਚਾਰਜ ਵਿਦ ਦਾ ਐਡਮਿਨਿਸਟ੍ਰੇਸ਼ਨ ਆਫ ਦਾ ਲਾਅ, ਅਜਿਹਾ ਸਿਵਲ ਆਫਿਸਰ ਜਿਹਦੇ ਉੱਤੇ ਕਾਨੂੰਨ ਦਾ ਨਿਰਵਾਹ ਕਰਨ ਦਾ ਚਾਰਜ ਹੋਵੇ, ਰਿਸਪੌਂਸਿਬਿਲਿਟੀ ਹੋਵੇ, ਸਿਵਲ ਆਫਿਸਰ। ਜਾਂ ਇਹ ਮਾਈਨਰ ਜੁਡੀਸ਼ੀਅਲ ਆਫਿਸਰ, ਥੋੜੇ ਮਾਈਨਰ ਮਤਲਬ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਨਹੀਂ, ਦੂਸਰੀ ਨਿਚਲੀ ਅਦਾਲਤਾਂ ਦਾ ਕੋਈ ਜੁਡੀਸ਼ੀਅਲ ਆਫਿਸਰ ਐਜ਼ ਏ ਜਸਟਿਸ ਆਫ ਦਾ ਪੀਸ ਔਰ ਦਾ ਜੱਜ, ਠੀਕ ਹੈ ਨਾ, ਕੋਈ ਜੱਜ ਹੋ ਸਕਦਾ। ਆਫ ਪੁਲਿਸ ਕੋਰਟ, ਪੁਲਿਸ ਦੀ ਕੋਰਟ ਲੱਗਦੀ ਜਦੋਂ, ਉਹਦਾ ਜਿਹੜਾ ਜੱਜ। ਹੈਵਿੰਗ ਜੁਰਿਸਡਿਕਸ਼ਨ ਟੂ ਟਰਾਈ ਮਾਈਨਰ ਕ੍ਰਿਮੀਨਲ ਕੇਸਿਸ, ਜਿਹਦੇ ਕੋਲ ਇਹ ਪਾਵਰ ਹੈ ਕਿ ਉਹ ਛੋਟੇ ਮੋਟੇ ਅਪਰਾਧਿਕ ਮਾਮਲੇ ਨਿਪਟਾ ਸਕਦਾ ਹੋਵੇ। ਠੀਕ। ਐਂਡ ਟੂ ਕੰਡਕਟ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨਸ ਆਫ ਪਰਸਨਸ ਚਾਰਜਡ ਵਿਦ ਸੀਰੀਅਸ ਕ੍ਰਾਈਮਸ, ਤਾਂ ਜਿਨ੍ਹਾਂ ਨੇ ਸੀਰੀਅਸ ਕ੍ਰਾਈਮ ਕੀਤੇ ਆ ਉਹਨਾਂ ਦੀ ਜਿਹੜੀ ਪ੍ਰਾਰੰਭਿਕ ਐਗਜ਼ਾਮੀਨੇਸ਼ਨ ਆ ਉਹ ਕੰਡਕਟ ਕਰਨ ਦੀ ਪਾਵਰ ਉਹਦੇ ਕੋਲ ਹੋਵੇ। ਸਿੰਪਲ ਤੁਸੀਂ ਯਾਦ ਰੱਖ ਲਿਓ, ਮੈਜਿਸਟ੍ਰੇਟ ਹੁੰਦਾ ਜੀ ਸਿਵਲ ਆਫਿਸਰ ਜਾਂ ਜੁਡੀਸ਼ੀਅਲ ਆਫਿਸਰ ਵੀ ਹੋ ਸਕਦਾ, ਮਾਈਨਰ ਜੁਡੀਸ਼ੀਅਲ ਆਫਿਸਰ, ਹਾਇਰ ਲੈਵਲ ਦਾ ਨਹੀਂ, ਮਾਈਨਰ ਜੁਡੀਸ਼ੀਅਲ ਆਫਿਸਰ। ਜਿਸ ਤਰ੍ਹਾਂ ਐਗਜ਼ਾਮਪਲ ਦੇਖੋ, ਇਹ ਤਹਿਸੀਲਦਾਰ ਇਜ਼ ਆਲਸੋ ਨੋਨ ਐਜ਼ ਐਨ ਐਗਜ਼ੀਕਿਊਟਿਵ ਮੈਜਿਸਟ੍ਰੇਟ ਆਫ ਦਾ ਤਹਿਸੀਲ ਕੰਸਰਨਡ। ਇੱਕ ਤਹਿਸੀਲ ਦਾ ਜਿਹੜਾ ਤਹਿਸੀਲਦਾਰ ਹੁੰਦਾ ਉਹ ਵੀ ਆਪਣੇ ਏਰੀਏ ਦਾ ਐਗਜ਼ੀਕਿਊਟਿਵ ਮੈਜਿਸਟ੍ਰੇਟ ਹੁੰਦਾ ਹੈ ਜੀ। ਇੱਕ ਹੁੰਦਾ ਐਗਜ਼ੀਕਿਊਟਿਵ ਮੈਜਿਸਟ੍ਰੇਟ, ਇੱਕ ਹੁੰਦਾ ਜੁਡੀਸ਼ੀਅਲ ਮੈਜਿਸਟ੍ਰੇਟ। ਚਲੋ ਆਪਾਂ ਇਹਨਾਂ ਡੀਪ ਨਾਲ ਜਾਈਏ ਵੀ ਇਹ ਜਿਹੜੇ ਅਫਸਰ ਹੁੰਦੇ ਨਾ ਉਹਨਾਂ ਨੂੰ ਕਹਿੰਦੇ ਜੀ ਮੈਜਿਸਟ੍ਰੇਟ। ਇਹ ਪੜ੍ਹ ਲੈਣਾ ਤੁਸੀਂ। ਰਾਜ ਦੁਆਰਾ ਉਪਰੋਕਤ ਅਧਿਕਾਰਾਂ ਤੇ ਵਾਜਬ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਆਹ ਸਾਰਾ ਅਸੀਂ ਪੜ੍ਹ ਲਿਆ ਅੰਗਰੇਜ਼ੀ ਵਿੱਚ, ਪਹਿਲਾਂ ਵੀ ਪੜ੍ਹ ਲਿਆ। ਠੀਕ ਹੈ ਜੀ। ਇਹ ਕੰਮ ਮੈਜਿਸਟ੍ਰੇਟ ਕਰ ਸਕਦਾ। ਹੋਰ ਦੇਖੋ ਜੀ, ਇੰਡੀਅਨ ਪੀਨਲ ਕੋਡ ਦੇ ਤਹਿਤ ਕੀ ਹੋ ਸਕਦਾ। IPC ਧਾਰਾ 141 ਦੇ ਤਹਿਤ 5 ਜਾਂ 5 ਵਿਅਕਤੀਆਂ ਦਾ ਇਕੱਠ, 5 ਜਾਂ ਵੱਧ ਵਿਅਕਤੀਆਂ ਦਾ ਇਕੱਠ ਗੈਰ ਕਾਨੂੰਨੀ ਬਣ ਜਾਂਦਾ ਹੈ ਜੇਕਰ ਅਸੈਂਬਲੀ ਦਾ ਉਦੇਸ਼, ਜੇ ਅਸੈਂਬਲੀ ਦਾ ਉਦੇਸ਼ ਆਹ ਵਾਲਾ ਹੈ ਜੋ ਅਸੀਂ ਥੱਲੇ ਪੜਾਂਗੇ ਹੁਣ, ਜੇ ਇਹ ਹੈ ਜੀ ਬੰਦੇ ਇਕੱਠੇ ਹੋਏ ਆ 5 ਜਾਂ 5 ਤੋਂ ਵੱਧ, ਜੇ ਉਹਨਾਂ ਦਾ ਆਹ ਵਾਲਾ ਉਦੇਸ਼ ਆ ਤਾਂ ਫਿਰ ਕੀ ਆ, ਉਹਨਾਂ ਦਾ ਇਕੱਠ ਗੈਰ ਕਾਨੂੰਨੀ ਬਣ ਜਾਂਦਾ ਹੈ। ਕਿਸੇ ਕਾਨੂੰਨ ਜਾਂ ਕਾਨੂੰਨੀ ਪ੍ਰਕਿਰਿਆ ਨੂੰ ਲਾਗੂ ਕਰਨ ਦਾ ਵਿਰੋਧ ਕਰਨਾ, ਕਾਨੂੰਨ ਨੂੰ ਜਾਂ ਕਾਨੂੰਨ ਦੀ ਪ੍ਰਕਿਰਿਆ ਨੂੰ ਲਾਗੂ ਕਰਨ ਦਾ ਵਿਰੋਧ ਕਰਨਾ, ਤਾਂ ਵੀ ਉਹਨਾਂ ਦਾ ਇਕੱਠ ਗੈਰ ਕਾਨੂੰਨੀ ਮੰਨਿਆ ਜਾਏਗਾ, ਇਲੀਗਲ। ਹੁਣ ਤਾਂ ਸਿੱਧੀ ਗੱਲ ਹੋ ਗਈ ਜੀ, ਤੁਹਾਡਾ ਇਕੱਠ, ਤੁਹਾਡੀ ਅਸੈਂਬਲੀ ਇਲੀਗਲ ਆ ਜੇ ਤੁਸੀਂ ਕਿਸੇ ਕਾਨੂੰਨ ਨੂੰ ਰੋਕਦੇ ਪਏ ਆ, ਕਾਨੂੰਨੀ ਪ੍ਰਕਿਰਿਆ ਵਿੱਚ ਵਾਧਾ ਰੁਕਾਵਟ ਪਾਉਂਦੇ ਪਏ ਆ, ਵਿਰੋਧ ਕਰਦੇ ਪਏ ਆ। ਕਿਸੇ ਵਿਅਕਤੀ ਦੀ ਜਾਇਦਾਦ ਤੇ ਜ਼ਬਰਦਸਤੀ ਕਬਜ਼ਾ ਕਰਨਾ, ਕਿਸੇ ਦੀ ਜਾਇਦਾਦ ਤੇ ਜ਼ਬਰਦਸਤੀ ਕਬਜ਼ਾ ਕਰਨ ਦੇ ਮਕਸਦ ਨਾਲ ਤੁਸੀਂ ਇਕੱਠੇ ਹੋਏ ਆ, ਉਹ ਵੀ ਕੀ ਆ, ਇਲੀਗਲ, ਕਾਨੂੰਨ ਦੀ ਧਾਰਾ IPC ਦੀ ਧਾਰਾ 141 ਦੇ ਤਹਿਤ। ਕੋਈ ਵੀ ਸ਼ਰਾਰਤ ਜਾਂ ਅਪਰਾਧਿਕ ਉਲੰਘਣਾ ਕਰਨਾ, ਠੀਕ, ਕਿਸੇ ਵਿਅਕਤੀ ਨੂੰ ਗੈਰ ਕਾਨੂੰਨੀ ਕੰਮ ਲਈ ਮਜਬੂਰ ਕਰਨਾ, ਸਰਕਾਰ ਜਾਂ ਇਸ ਦੇ ਅਧਿਕਾਰੀਆਂ ਨੂੰ ਕਾਨੂੰਨੀ ਸ਼ਕਤੀਆਂ ਦੀ ਵਰਤੋਂ ਕਰਨ ਤੇ ਧਮਕਾਉਣਾ, ਠੀਕ ਹੈ ਨਾ, ਉਹਨਾਂ ਦਾ ਆਪਣਾ ਕੰਮ ਨਹੀਂ ਕਰਨ ਦੇਣਾ, ਉਹਨਾਂ ਨੂੰ ਧਮਕਾਉਣਾ, ਇਹ ਸਾਰੇ ਕੰਮ ਕੀ ਆ, ਗੈਰ ਕਾਨੂੰਨੀ। ਜੇ ਤੁਸੀਂ ਇਕੱਠੇ ਹੋ ਰਹੇ ਆ ਤੇ ਤੁਹਾਡਾ ਏਮ ਆ ਤਾਂ ਫਿਰ ਕੀ ਆ, ਤੁਹਾਡੇ ਇਕੱਠ ਨੂੰ ਗੈਰ ਕਾਨੂੰਨੀ ਕਿਹਾ ਜਾਏਗਾ। ਤੁਸੀਂ ਅਸੈਂਬਲੀ ਜਿਹੜੀ ਕੀਤੀ ਆ ਉਹ ਕੀ ਆ, ਇਲੀਗਲ। ਅੱਗੇ ਹੈ ਜੀ ਐਸੋਸੀਏਸ਼ਨ ਦੀ ਆਜ਼ਾਦੀ। ਅਸੈਂਬਲੀ ਵਿੱਚ ਤੁਸੀਂ ਇਕੱਠੇ ਹੁੰਦੇ ਆ, ਕਿਤੇ ਐਸੋਸੀਏਸ਼ਨ ਵਿੱਚ ਆ ਕਿ ਤੁਸੀਂ ਇਕੱਠੇ ਹੋ ਕੇ ਕੋਈ ਆਪਣਾ ਗਰੁੱਪ ਬਣਾ ਲੈਂਦੇ ਆ, ਆਪਣੀ ਕੋਈ ਸੰਸਥਾ ਬਣਾਉਂਦੇ ਆ, ਉਹਨੂੰ ਕਹਿੰਦੇ ਐਸੋਸੀਏਸ਼ਨ, ਆਪਣੀ ਇੱਕ ਬੋਡੀ ਬਣਾਉਂਦੇ ਆ ਤੁਸੀਂ। ਐਸੋਸੀਏਸ਼ਨ ਦੀ ਆਜ਼ਾਦੀ, ਇਹਦੇ ਵਿੱਚ ਕੀ ਹੁੰਦਾ ਜੀ, ਸਾਰੇ ਨਾਗਰਿਕਾਂ ਦਾ ਇਹ ਅਧਿਕਾਰ ਹੈ ਕਿ
ਉਹ ਸੰਸਥਾਵਾਂ ਜਾਂ ਯੂਨੀਅਨਾਂ ਜਾਂ ਸਹਿਕਾਰੀ ਸਭਾਵਾਂ ਬਣਾ ਸਕਦੇ ਆ, ਵੀ ਉਹ ਇਕੱਠੇ ਹੋ ਕੇ ਕੁਛ ਨਾ ਕੁਛ ਬੋਡੀ ਬਣਾ ਸਕਦੇ ਆ, ਕੋਈ ਆਰਗੇਨਾਈਜੇਸ਼ਨ ਬਣਾ ਸਕਦੇ ਆ, ਕੋਈ ਯੂਨੀਅਨ ਬਣਾ ਸਕਦੇ ਆ ਜਾਂ ਕੋਆਪਰੇਟਿਵ ਸੁਸਾਇਟੀ ਬਣਾ ਸਕਦੇ ਆ। ਇਹਨਾਂ ਵਿੱਚ ਸ਼ਾਮਲ ਹਨ ਕਿਸ ਕਿਸ ਤਰ੍ਹਾਂ ਦੇ ਗਰੁੱਪ ਦੇਖ ਲਓ ਜੀ। ਕੋਈ ਕੰਪਨੀ ਬਣਾ ਸਕਦੇ ਆ, ਕੋਈ ਭਾਈਵਾਲੀ ਫਰਮ ਸਮਝਦੇ ਜੀ, ਇਹ ਅਸੀਂ ਇਕੱਠੇ ਹੋ ਕੇ ਪਾਰਟਨਰਸ਼ਿਪ ਫਰਮ ਬਣਾ ਸਕਦੇ ਹਾਂ। ਭਾਈਵਾਲ ਉਹਨਾਂ ਦੇ ਸ਼ੇਅਰ ਹੁੰਦਾ ਜੀ ਆਪਣਾ ਆਪਣਾ, ਕੁਝ ਬੰਦੇ ਇਕੱਠੇ ਹੋ ਕੇ ਆਪਣੀ ਫਰਮ ਬਣਾ ਸਕਦੇ ਆ, ਪਾਰਟਨਰਸ਼ਿਪ ਫਰਮ। ਸੁਸਾਇਟੀਆਂ ਬਣਾ ਸਕਦੇ ਆ, ਕਲੱਬ ਬਣਾ ਸਕਦੇ ਆ, ਸਿਆਸੀ ਪਾਰਟੀ ਬਣਾ ਸਕਦੇ ਆ, ਪੋਲੀਟੀਕਲ ਪਾਰਟੀ ਵੀ ਬਣਾ ਸਕਦੇ ਆ, ਟ੍ਰੇਡ ਯੂਨੀਅਨ ਬਣਾ ਸਕਦੇ ਆ, ਇਸ ਤਰ੍ਹਾਂ ਦੀਆਂ ਹੋਰ ਬੋਡੀਆਂ। ਠੀਕ ਹੈ ਜੀ। ਇਸ ਵਿੱਚ ਕਿਸੇ ਐਸੋਸੀਏਸ਼ਨ ਨੂੰ ਨਾ ਬਣਾਉਣ ਜਾਂ ਉਸ ਵਿੱਚ ਸ਼ਾਮਿਲ ਨਾ ਹੋਣ ਦਾ ਅਧਿਕਾਰ ਵੀ ਸ਼ਾਮਿਲ ਹੈ। ਦੇਖੋ ਨਾ, ਮੈਨੂੰ ਕੋਈ ਕੰਪੈਲ ਕਰੇ ਕਿ ਸਾਡੀ ਐਸੋਸੀਏਸ਼ਨ ਵਿੱਚ ਆ, ਤਾਂ ਮੈਂ ਕਹਿ ਸਕਦਾ ਕਿ ਨਹੀਂ, ਮੈਂ ਐਸੋਸੀਏਸ਼ਨ ਵਿੱਚ ਨਹੀਂ ਆਉਣਾ। ਜੇ ਤੁਹਾਡਾ ਐਸੋਸੀਏਸ਼ਨ ਬਣਾਉਣ ਦਾ ਅਧਿਕਾਰ ਮੌਲਿਕ ਅਧਿਕਾਰ ਆ, ਤਾਂ ਐਸੋਸੀਏਸ਼ਨ ਵਿੱਚ ਨਾ ਸ਼ਾਮਿਲ ਹੋਣ ਦਾ ਅਧਿਕਾਰ ਵੀ ਤੁਹਾਡੇ ਕੋਲ ਹੈ। ਠੀਕ, ਓਕੇ ਜੀ। ਰਾਜ ਇਸ ਅਧਿਕਾਰ ਤੇ ਵਾਜਬ ਪਾਬੰਦੀਆਂ ਲਗਾ ਸਕਦਾ ਹੈ। ਫਿਰ ਉਹੀ ਗੱਲ, ਸਟੇਟ ਚਾਹੇ ਤਾਂ ਇਹਨਾਂ ਉੱਤੇ ਰੀਜ਼ਨੇਬਲ ਰੈਸਟ੍ਰਿਕਸ਼ਨਸ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਕਿਹੜੇ ਕਿਹੜੇ ਆਧਾਰ ਤੇ ਜੀ ਪਾਬੰਦੀਆਂ ਲਗਾਈਆਂ ਜਾ ਸਕਦੀਆਂ? ਭਾਰਤੀ ਪ੍ਰਭੂਸੱਤਾ ਅਤੇ ਅਖੰਡਤਾ, ਜਨਤਕ ਵਿਵਸਥਾ ਮੀਨ ਪਬਲਿਕ ਆਰਡਰ ਵਗੈਰਾ ਮੇਨਟੇਨ ਰਵੇ, ਅਤੇ ਨੈਤਿਕਤਾ ਮੋਰੈਲਿਟੀ। ਕੋਈ ਵੀ ਇੱਕ ਐਸੋਸੀਏਸ਼ਨ ਬਣਾ ਸਕਦਾ ਹੈ, ਪਰ ਉਸ ਕੋਲੋਂ ਐਸੋਸੀਏਸ਼ਨ ਦੀ ਮਾਨਤਾ ਪ੍ਰਾਪਤ ਕਰਨ ਦਾ ਮੌਲਿਕ ਅਧਿਕਾਰ ਨਹੀਂ ਹੈ। ਠੀਕ ਹੈ ਜੀ। ਅਸੀਂ ਪੜ੍ਹ ਲਿਆ ਵੀ ਆਹ ਦਾ ਆਧਾਰ ਤੇ ਸਟੇਟ ਇਹਨਾਂ ਤੇ ਰੈਸਟ੍ਰਿਕਸ਼ਨਸ ਲਗਾ ਸਕਦਾ। 3 ਆਧਾਰ ਆ ਜੀ, ਸਾਡੇ ਦੇਸ਼ ਦੀ ਸੋਵਰਨਟੀ ਤੇ ਇੰਟੀਗ੍ਰਿਟੀ, ਪ੍ਰਭੂਸੱਤਾ ਅਤੇ ਅਖੰਡਤਾ, ਪਬਲਿਕ ਆਰਡਰ ਐਂਡ ਮੋਰੈਲਿਟੀ, ਜਨਤਕ ਵਿਵਸਥਾ ਅਤੇ ਨੈਤਿਕਤਾ। ਤੇ ਇਹ ਵੀ ਗੱਲ ਆ ਜੀ ਕਿ ਅਸੀਂ ਐਸੋਸੀਏਸ਼ਨ ਬਣਾ ਤਾਂ ਸਕਦੇ ਹਾਂ, ਪਰ ਸਾਡੇ ਕੋਲ ਇਹ ਨਹੀਂ ਮੌਲਿਕ ਅਧਿਕਾਰ, ਇਹ ਫੰਡਾਮੈਂਟਲ ਰਾਈਟ ਨਹੀਂ ਆ ਕਿ ਅਸੀਂ ਉਸ ਐਸੋਸੀਏਸ਼ਨ ਨੂੰ ਰੈਕੋਗਨਾਈਜ਼ ਵੀ ਕਰਵਾਈਏ। ਅਸੀਂ ਇਹ ਨਹੀਂ ਕਹਿ ਸਕਦੇ ਕਿ ਹਾਂਜੀ ਅਸੀਂ ਮਿਲ ਕੇ ਇੱਕ ਸੰਸਥਾ ਬਣਾ ਲਈ ਆ ਵੀ ਹੇ ਸਰਕਾਰ ਤੂੰ ਹੁਣ ਸਾਨੂੰ ਲਾਇਸੈਂਸ ਦੇ, ਤੂੰ ਹੁਣ ਸਾਨੂੰ ਰਜਿਸਟਰ ਕਰ। ਇਸ ਤਰ੍ਹਾਂ ਅਸੀਂ ਸਰਕਾਰ ਨੂੰ ਬਾਧਿਆ ਨਹੀਂ ਕਰ ਸਕਦੇ ਅੰਡਰ ਫੰਡਾਮੈਂਟਲ ਰਾਈਟ। ਇਹ ਫੰਡਾਮੈਂਟਲ ਰਾਈਟ ਨਹੀਂ ਆ। ਅਸੀਂ ਐਸੋਸੀਏਸ਼ਨ ਬਣਾ ਸਕਦੇ ਹਾਂ, ਪਰ ਉਹਨਾਂ ਕੋਲ ਐਸੋਸੀਏਸ਼ਨ ਦੀ ਮਾਨਤਾ ਪ੍ਰਾਪਤ ਕਰਨ ਦਾ ਮੌਲਿਕ ਅਧਿਕਾਰ ਨਹੀਂ ਹੈ। ਇਸ ਤਰ੍ਹਾਂ ਦੇ ਪ੍ਰਸ਼ਨ ਆ ਜਾਂਦੇ ਆ ਪ੍ਰੀ ਵਿੱਚ। ਅੱਗੇ ਹੈ ਜੀ ਅੰਦੋਲਨ ਕਰਨ ਦੀ ਆਜ਼ਾਦੀ। ਅੰਦੋਲਨ ਦੀ ਨਹੀਂ, ਇੱਥੇ ਅੰਦੋਲਨ ਮੂਵਮੈਂਟ ਦਾ ਮਤਲਬ ਅੰਦੋਲਨ ਨਹੀਂ ਆ। ਇੱਥੇ ਲਿਖੋ ਜੀ ਘੁੰਮਣ ਫਿਰਨ ਦੀ, ਘੁੰਮਣ ਫਿਰਨ ਦੀ ਆਜ਼ਾਦੀ। ਹਰੇਕ ਨਾਗਰਿਕ ਨੂੰ ਦੇਸ਼ ਦੇ ਸਾਰੇ ਖੇਤਰ ਵਿੱਚ ਆਜ਼ਾਦੀ ਨਾਲ ਘੁੰਮਣ ਫਿਰਨ ਦਾ ਮੌਲਿਕ ਅਧਿਕਾਰ ਹੈ। ਪੂਰੇ ਦੇਸ਼ ਵਿੱਚ ਕਿਤੇ ਵੀ ਘੁੰਮ ਫਿਰ ਸਕਦਾ, ਕਿਉਂਕਿ ਸਾਡਾ ਦੇਸ਼ ਇੱਕ ਯੂਨਿਟ ਆ। ਅਸੀਂ ਸਾਰੇ ਇੱਕ ਦੇਸ਼ ਦੇ ਵਸਿੰਦੇ ਹਾਂ, ਨਾਗਰਿਕ ਹਾਂ। ਇਸ ਪਿੱਛੇ ਹੇਠ ਦਿੱਤਾ ਵਿਚਾਰ ਕੰਮ ਕਰਦਾ ਹੈ। ਕੀ ਵਿਚਾਰ? ਕਿ ਭਾਰਤ ਇੱਕ ਇਕਾਈ ਹੈ, ਅਸੀਂ ਇੱਕ ਪੋਲੀਟੀਕਲ ਯੂਨਿਟ ਆ, ਤੇ ਸਾਡੇ ਦੇਸ਼ ਦਾ ਇੱਕ ਨਾਗਰਿਕ ਦੇਸ਼ ਦੇ ਕਿਤੇ ਵੀ ਦੂਜੇ ਖੂੰਜੇ ਵਿੱਚ ਜਾ ਸਕਦਾ ਹੈ, ਕਿਤੇ ਵੀ ਘੁੰਮ ਫਿਰ ਸਕਦਾ ਹੈ, ਤੇ ਇਸ ਨਾਲ ਰਾਸ਼ਟਰੀ ਭਾਵਨਾ ਉਤਸ਼ਾਹਿਤ ਹੁੰਦੀ ਹੈ। ਤੇ ਇਸ ਦਾ ਏਮ ਇਹ ਵੀ ਹੈ ਕਿ ਸਾਡੀ ਰਾਸ਼ਟਰੀ ਭਾਵਨਾ ਵੀ ਅਸੀਂ ਇੱਕ ਭਾਰਤ ਦੇ ਨਾਗਰਿਕ ਹਾਂ, ਇਹ ਵਾਲੀ ਭਾਵਨਾ ਉਤਸ਼ਾਹਿਤ ਹੋਵੇ। ਇਹ ਹੈ ਜੀ ਮੇਨ ਵਿਚਾਰ ਇਸ ਰਾਈਟ ਪਿੱਛੇ, ਇਸ ਆਜ਼ਾਦੀ ਦੇ ਅਧਿਕਾਰ ਪਿੱਛੇ, ਇਸ ਅਧਿਕਾਰ ਦੇ ਪਿੱਛੇ। ਠੀਕ, ਪਰ ਸਾਨੂੰ ਪਤਾ ਕਿ ਇਹ ਸਾਰੇ ਅਧਿਕਾਰਾਂ ਉੱਤੇ ਪਾਬੰਦੀਆਂ ਵੀ ਹੈ ਵੀ ਨਹੀਂ ਕਿ ਅਸੀਂ ਕਿਤੇ ਵੀ ਜਾ ਸਕਦੇ। ਅਸੀਂ ਕਿਸੇ ਟਰਾਈਬਲ ਏਰੀਆ ਵਿੱਚ ਜਾਣਾ ਹੋਵੇ ਨਾ, ਸਾਨੂੰ ਪਰਮਿਸ਼ਨ ਦੀ ਵੀ ਲੋੜ ਪੈਂਦੀ ਆ। ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੈ। ਰਾਜ ਇਸ ਅਧਿਕਾਰ ਤੇ ਵਾਜਬ ਪਾਬੰਦੀ ਲਗਾ ਸਕਦਾ ਹੈ ਜੀ। 2 ਆਧਾਰ ਹੈ ਜੀ, ਇੱਕ ਤਾਂ ਹੈ ਜੀ ਆਮ ਜਨਤਾ ਦੇ ਹਿੱਤ ਦੇ ਆਧਾਰ ਤੇ ਦੂਸਰਾ ਹੈ ਜੀ ਕਿਸੇ ਵੀ ਅਨੁਸੂਚਿਤ ਕਬੀਲੇ ਦੇ ਹਿੱਤਾਂ ਦੀ ਸੁਰੱਖਿਆ ਦੇ ਆਧਾਰ ਤੇ, ਵੀ ਉੱਥੇ ਕੋਈ ਸ਼ਡਿਊਲ ਟਰਾਈਬ ਤਾਂ ਨਹੀਂ ਰਹਿੰਦਾ, ਉਹਨਾਂ ਦੇ ਰਾਈਟਸ ਤਾਂ ਨਹੀਂ ਆਹਤ ਹੋ ਜਾਣਗੇ। ਤਾਂ ਉਹਨਾਂ ਦੇ ਰਾਈਟ ਨੂੰ ਦੇਖਦੇ ਹੋਏ, ਉਹਨਾਂ ਦੀ ਰਾਈਟ ਦੀ ਪ੍ਰੋਟੈਕਸ਼ਨ ਨੂੰ ਦੇਖਦੇ ਹੋਏ ਤੁਹਾਡੇ ਇਸ ਅਧਿਕਾਰ ਤੇ ਵੀ ਕੀ ਆ, ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਥੋੜਾ ਪੜ੍ਹ ਲਈਏ ਜੀ। ਹੁਣ ਕੀ ਹੁੰਦਾ ਜੀ ਕਬਾਇਲੀ ਏਰੀਏ ਵਿੱਚ, ਕਬਾਇਲੀ ਖੇਤਰਾਂ ਵਿੱਚ ਉੱਥੇ ਆਦੀਵਾਸੀ ਵੱਸਦੇ ਆ, ਉੱਥੇ ਉਹਨਾਂ ਦਾ ਆਪਣਾ ਸੱਭਿਆਚਾਰ ਆ, ਬੋਲੀ ਆ, ਰਹਿਣ ਸਹਿਣ ਆ। ਹੁਣ ਜਦੋਂ ਬਾਹਰਲੇ ਉੱਥੇ ਜਾਂਦੇ ਆ ਨਾ, ਤੇ ਹਿਸਟਰੀ ਇਹ ਕਹਿੰਦੀ ਹੈ ਕਿ ਜਦੋਂ ਬਾਹਰਲਿਆਂ ਦਾ ਉੱਥੇ ਐਂਟਰੀ ਹੋਈ ਨਾ, ਤਾਂ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਟਰਾਈਬਲ ਦਾ, ਕਬਾਇਲੀ ਲੋਕਾਂ ਦਾ। ਆਦੀਵਾਸੀ ਖੇਤਰਾਂ ਵਿੱਚ ਬਾਹਰੀ ਲੋਕਾਂ ਦੇ ਦਾਖਲੇ ਤੇ ਪਾਬੰਦੀ ਹੈ, ਨਹੀਂ ਜਾ ਸਕਦੇ। ਕਾਰਨ ਇਹ ਹੈ ਜੀ ਅਨੁਸੂਚਿਤ ਕਬੀਲਿਆਂ ਦੇ ਵਿਲੱਖਣ ਸੱਭਿਆਚਾਰ, ਉਹਨਾਂ ਦਾ ਇੱਕ ਆਪਣਾ ਡਿਫਰੈਂਟ ਸੱਭਿਆਚਾਰ ਆ, ਭਾਸ਼ਾ ਹੁੰਦੀ ਆ ਜੀ, ਰੀਤੀ ਰਿਵਾਜ ਹੁੰਦੇ ਆ, ਅਤੇ ਇਹਨਾਂ ਰੀਤੀ ਰਿਵਾਜਾਂ ਨੂੰ ਪ੍ਰੋਟੈਕਸ਼ਨ ਵੀ ਦੇਣੀ ਆ। ਇਸ ਦੇ ਨਾਲ
ਸ਼ੋਸ਼ਣ ਦੇ ਵਿਰੁੱਧ ਆਪਣੇ ਰਵਾਇਤੀ ਪੇਸ਼ੇ ਅਤੇ ਜਾਇਦਾਦ ਦੀ ਰੱਖਿਆ ਕਰਨ ਲਈ। ਠੀਕ ਹੈ ਨਾ, ਉਹਨਾਂ ਦੇ ਇੱਕ ਆਪਣੇ ਕੁਛ ਕੀ ਆ ਪੇਸ਼ੇ ਆ, ਟ੍ਰੈਡੀਸ਼ਨਲ ਵੋਕੇਸ਼ਨਸ ਆ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਆਪਣੀ ਅਰਨਿੰਗ ਕਰਨ 'ਚ ਰੋਟੀ ਪਾਣੀ ਕਿਸ ਤਰ੍ਹਾਂ ਉਹਨਾਂ ਨੇ ਜੰਗਲ 'ਚੋਂ ਲਿਆਉਣਾ ਆ, ਇਹ ਸਾਰੇ ਉਹਨਾਂ ਦੇ ਆਪਣੇ ਟ੍ਰੈਡੀਸ਼ਨਲ ਤਰੀਕੇ ਆ। ਅਤੇ ਇੱਕ ਉਹਨਾਂ ਦੀ ਆਪਣੀ ਪ੍ਰੋਪਰਟੀ ਆ ਜੀ ਜੰਗਲਾਂ ਦੀ। ਤਾਂ ਹੁਣ ਇਹ ਸਭ ਪ੍ਰੋਪਰਟੀ ਨੂੰ ਜਿਹੜੇ ਬਾਹਰ ਆ ਨਾ, ਬਾਹਰਲੇ ਲੋਕ ਕਿਤੇ ਉਹ ਐਕਸਪਲੋਇਟ ਨਾ ਕਰ ਲੈਣ, ਸ਼ੋਸ਼ਣ ਨਾ ਕਰ ਲੈਣ, ਅਤੇ ਇਸ ਚੀਜ਼ ਤੋਂ ਬਚਾਉਣ ਲਈ, ਰੱਖਿਆ ਕਰਨ ਲਈ ਉਹਨਾਂ ਦੇ ਖੇਤਰ ਵਿੱਚ ਜਾਣ 'ਤੇ ਸਰਕਾਰ ਪਾਬੰਦੀਆਂ ਲਗਾ ਸਕਦੀ ਆ। ਪਾਬੰਦੀਆਂ ਲਗਾਈਆਂ ਵੀ ਹੋਈਆਂ ਆ, ਬਹੁਤ ਪਾਬੰਦੀ ਹੈ। ਇਸ ਤੋਂ ਇਲਾਵਾ ਨਿਆਂਪਾਲਿਕਾ ਨੇ ਘੁੰਮਣ ਫਿਰਨ ਦੀ ਆਜ਼ਾਦੀ 'ਤੇ ਹੇਠ ਲਿਖੀਆਂ ਪਾਬੰਦੀਆਂ ਲਗਾਈਆਂ ਹਨ। ਖੁਦ ਸਾਡੀ ਜੁਡੀਸ਼ਰੀ ਨੇ ਆਹ ਪਾਬੰਦੀਆਂ ਲਗਾਈਆਂ ਆ। ਉਹ ਕੀ ਹੈ ਜੀ, ਆਹ ਦੇਖੋ, ਸੁਪਰੀਮ ਕੋਰਟ ਨੇ ਆਪਣੇ ਇੱਕ ਕੇਸ ਵਿੱਚ ਇਹ ਨਿਰਣੇ ਕੀਤਾ ਕਿ ਜਿਹੜੀਆਂ ਬੇਸਵਾਵਾਂ ਆ ਨਾ, ਉਹਨਾਂ ਦੀ ਆਵਾਜਾਈ ਦੀ ਆਜ਼ਾਦੀ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਬੇਸਵਾਵਾਂ ਇਹ ਨਹੀਂ ਕਹਿ ਸਕਦੀਆਂ ਕਿ ਅਸੀਂ ਪੂਰੇ ਦੇਸ਼ ਵਿੱਚ ਜਿੱਥੇ ਮਰਜ਼ੀ ਘੁੰਮ ਫਿਰ ਸਕੀਏ, ਉਹਨਾਂ ਉੱਤੇ ਪਾਬੰਦੀ ਲਗਾਈ ਜਾ ਸਕਦੀ ਹੈ। ਕੀ ਹੈ ਜੀ ਪਾਬੰਦੀ ਲਗਾਉਣ ਦਾ ਆਧਾਰ ਕੀ ਆ, ਜਨਤਕ ਸਿਹਤ ਅਤੇ ਜਨਤਕ ਨੈਤਿਕਤਾ ਦੇ ਹਿੱਤ ਵਿੱਚ। ਆਹ ਦੋ ਆ ਜੀ ਗਰਾਊਂਡ ਬੇਸਵਾਵਾਂ ਦੇ ਖਿਲਾਫ। ਇੱਕ ਤਾਂ ਦੀ ਸਿਹਤ, ਹੋ ਸਕਦਾ ਕਿ ਇਹਨਾਂ ਦੇ ਕੋਲ ਕੁਛ ਖਾਸ ਇਨਫੈਕਸ਼ਨ ਹੋਵੇ, ਤਾਂ ਕਿ ਕਿਉਂਕਿ ਇਹ ਮੰਨਿਆ ਜਾਂਦਾ ਨਾ ਕਿ ਇਹ ਹੁੰਦਾ ਨਾ ਕਿ ਇਹਨਾਂ ਦੇ ਸੈਕਸ਼ੂਅਲ ਕੰਡਕਟ ਕਈਆਂ ਦਾ ਬਣੇ ਹੁੰਦੇ ਆ, ਹੋ ਸਕਦਾ ਕੋਈ ਇਨਫੈਕਸ਼ਨ ਇਹਨਾਂ ਦੇ ਵਿੱਚ ਵੀ ਆ ਜਾਵੇ, ਤਾਂ ਜਦੋਂ ਇਹ ਦੂਸਰੇ ਏਰੀਏ ਵਿੱਚ ਜਾਣਗੀਆਂ ਤਾਂ ਉੱਥੇ ਇਨਫੈਕਸ਼ਨ ਫੈਲ ਸਕਦੀ ਆ, ਇਹ ਗੱਲ। ਅਤੇ ਜਨਤਕ ਨੈਤਿਕਤਾ ਮੋਰੈਲਿਟੀ, ਹੁਣ ਹਰੇਕ ਥਾਂ ਬੇਸਵਾਵਾਂ ਨਹੀਂ ਹੋ ਸਕਦੀਆਂ, ਠੀਕ ਆ, ਅਤੇ ਇਸ ਕਰਕੇ ਇਹ ਇੱਥੇ ਕੀ ਆ, ਨੈਤਿਕਤਾ ਦਾ ਆਧਾਰ ਆ ਜੀ, ਮੋਰੈਲਿਟੀ ਦਾ ਆਧਾਰ ਆ। ਹੁਣ ਤੁਸੀਂ ਸੋਚ ਕੇ ਦੇਖੋ, ਕੋਈ ਧਾਰਮਿਕ ਸਥਾਨ ਆ, ਉਹਦੇ ਲਾਗੇ ਕਿਤੇ ਬੇਸਵਾਵਾਂ ਦਾ ਹੈ ਡੇਰਾ ਕਹਿ ਲਓ, ਜਾਂ ਇੱਥੇ ਰਹਿੰਦੀਆਂ, ਇੱਥੇ ਆਪਣਾ ਧੰਦਾ ਕਰ ਰਹੀਆਂ, ਤਾਂ ਉਸ ਵੇਲੇ ਇਹ ਬੇਸਵਾਵਾਂ ਇਹ ਨਹੀਂ ਕਹਿ ਸਕਦੀਆਂ ਕਿ ਅਸੀਂ ਤਾਂ ਕਿਤੇ ਵੀ ਆ ਜਾ ਸਕਦੇ ਹਾਂ, ਹੈ ਨਾ। ਅਤੇ ਇਸ ਤਰ੍ਹਾਂ ਦੇ ਕੁਛ ਗਰਾਊਂਡ ਦੇ ਉੱਤੇ, ਆਧਾਰਾਂ ਉੱਤੇ ਇਹਨਾਂ ਦੇ ਆਵਾਜਾਈ ਦੇ ਉੱਤੇ ਪਾਬੰਦੀ ਲਗਾਈ ਜਾ ਸਕਦੀ ਹੈ। ਦੂਸਰਾ ਹੈ ਜੀ, ਏਡਜ਼ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਆਵਾਜਾਈ 'ਤੇ ਵੀ ਪਾਬੰਦੀਆਂ ਲਗਾਈਆਂ ਜਾ ਸਕਦੀਆਂ। ਇਹ ਗੱਲ ਬੰਬੇ ਹਾਈ ਕੋਰਟ ਨੇ ਇਹ ਵੀ ਗੱਲ ਪਹਿਲਾਂ ਕਹੀ ਗਈ ਆ, ਬੇਸਿਕਲੀ ਬੰਬੇ ਹਾਈ ਕੋਰਟ ਨੇ ਕਹੀ ਸੀ। ਠੀਕ ਹੈ ਜੀ, ਅੱਗੇ ਦੇਖੋ, ਚਲੋ ਅੱਜ ਇੰਨਾ ਹੀ ਰਹਿਣ ਦਿੰਦੇ ਜੀ, ਬਾਕੀ ਨੈਕਸਟ ਕਲਾਸ ਵਿੱਚ ਕਰਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।